ਕੀ ਇਹਨੂੰ ਜਾਇਜ਼ ਮੰਨ ਸਕਦੇ ਆ। ਤਾਂ ਮੈਂ ਇਹੀ ਕਹੂੰਗਾ ਕਿ ਚੋਣਾਂ ਦੇ ਦਿਨ ਇੱਥੇ ਜਿਹੜੇ ਵਿਅਕਤੀ ਦਾ ਜਿਹੜਾ ਰਾਜਨੀਤਿਕ ਹਥਿਆਰ ਚੱਲ ਗਿਆ ਉਹੀ ਜਾਇਜ਼ ਹੈ, ਤੇ ਜਿਹੜਾ ਜਿਹਦੇ ਉੱਪਰ ਦੀ ਪੈ ਗਿਆ ਆਪਣੀ ਗੱਲ ਨੂੰ ਲੌਜਿਕ ਨਾਲ ਦੂਜੇ ਦੇ ਗੱਲ 'ਚ ਪਾਉਣ ਦੇ ਵਿੱਚ ਸਫਲ ਰਿਹਾ ਉਹੀ ਜਾਇਜ਼ ਮੰਨਿਆ ਜਾਂਦਾ ਹੈ। ਇਹਦੇ ਵਾਸਤੇ ਸਾਡੇ ਕੋਲੇ ਕੋਈ ਇਸ ਕਿਸਮ ਦਾ ਤਰਕ ਜਾਂ ਲਕੀਰ ਨਹੀਂ ਹੈ ਕਿ ਜਿਹਦੇ ਰਾਹੀਂ ਅਸੀਂ ਕਹਿ ਸਕੀਏ ਕਿ ਹਾਂ ਇਹ ਗੱਲ ਜਾਇਜ਼ ਹੈ ਜਾਂ ਇਹ ਗੱਲ ਨਜਾਇਜ਼ ਹੈ। सत श्री अकाल जी, तुसीं देख रहे हो पंजाब हैरीटेज चैनल ते मैं हर्षपाल संधू। अज साडे नाल मौजूद ने सियासी माहर डॉक्टर सतनाम सिंह संधू जी, जिन्हां नाल असीं गलबात करांगे। सब तो पहलां इन्हां दा स्वागत करदे हां। डॉक्टर साहब तुहाडा बहुत बहुत स्वागत जी। धन्नवाद हर्षपाल जी। अज असीं जिस मुद्दे ते गलबात करन जा रहे हां वो है कि SGPC दे प्रधान वल्लों राजनीति दे विच आउणा अते प्रचार करना, इस ते मुख मंत्री दा गुस्से दे विच उन्हां दे उपर बयानबाजी करनी। सो डॉक्टर साहब जे गल करिए तो SGPC के प्रधान वालों जिहड़ा राजनीति दे विच आउणा, जलंधर जिमनी चोण दे विच उन्हां वालों श्रोमणी अकाली दल दा जिहड़ा प्रचार किया जा रहा है, तुसीं इस नूं किवें देखदे हो जी? देखो, श्रोमणी गुरुद्वारा प्रबंधक कमेटी बुनियादी तौर ते 1920 ਦੇ ਵਿੱਚ ਗੁਰਦੁਆਰਾ ਸਾਹਿਬ ਦਾ ਪ੍ਰਬੰਧਨ ਕਰਨ ਲਈ ਬਣਾਈ ਗਈ ਸੀ जी। ਪਰ ਹੌਲੀ ਹੌਲੀ ਕੀ ਹੋਇਆ ਕਿ ਜਿਹੜਾ ਗੁਰਦੁਆਰਾ ਸਾਹਿਬ ਦਾ ਪ੍ਰਬੰਧਨ ਪਿੱਛੇ ਰਹਿ ਗਿਆ ਤੇ ਪੰਜਾਬ ਦੀ ਰਾਜਨੀਤੀ ਵਿੱਚ ਸ਼੍ਰੋਮਣੀ ਕਮੇਟੀ ਹੈ ਜਿਹੜੀ ਉਹ ਜ਼ਿਆਦਾ ਹਿੱਸਾ ਲੈਣ ਲੱਗ ਗਈ ਜੀ। ਜਦੋਂ ਕੋਈ ਵੀ ਸੰਸਥਾ ਜਿਹਦੇ ਵਿੱਚ ਇਲੈਕਸ਼ਨ ਰਾਹੀਂ ਕਿਸੇ ਨੂੰ ਚੁਣਿਆ ਜਾਂਦਾ ਹੈ ਤਾਂ ਉਹ ਤੇ ਸਿੱਧੇ ਜਾਂ ਸਿੱਧੇ ਤੌਰ ਤੇ ਰਾਜਨੀਤੀ ਪ੍ਰਵੇਸ਼ ਕਰੀ ਜਾਂਦੀ ਹੈ ਜੀ। ਅਕਾਲੀ ਦਲ ਜਿਹੜਾ ਲਗਾਤਾਰ ਅਸੀਂ ਸਮਝਦੇ ਹਾਂ ਕਿ ਇੱਕ ਵੱਡੀ ਸੰਸਥਾ ਸਾਰੇ ਪੰਜਾਬ ਦੀ ਪ੍ਰਤੀਨਿਧ ਸੰਸਥਾ ਤੋਂ ਘਟਦੇ ਇੱਕ ਪਰਿਵਾਰ ਤੱਕ ਦੀ ਸੰਸਥਾ ਬਣ ਗਈ। ਤਾਂ ਜਦੋਂ ਉਹ ਸੰਸਥਾ ਇੱਕ ਪਰਿਵਾਰ ਤੱਕ ਸੀਮਿਤ ਹੋਈ ਤੇ ਉਹਨਾਂ ਦੀ ਰਾਜਨੀਤਿਕ ਪਾਰਟੀ ਨੇ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਨ ਦੇ ਉੱਪਰ, ਉਹਨਾਂ ਦੇ ਪ੍ਰਧਾਨ ਨੂੰ ਨੋਮੀਨੇਟ ਕਰਨ ਦੇ ਉੱਪਰ, ਅਕਾਲ ਤਖਤ ਸਾਹਿਬ ਦਾ ਜਥੇਦਾਰ ਲਵਾਉਣ ਦੇ ਉੱਪਰ ਆਪਣੀ ਇੱਕ ਕਿਸਮ ਨਾਲ ਇਜਾਰੇਦਾਰੀ ਬਣਾਈ ਹੋਈ ਹੈ। ਤਾਂ ਹਰ ਜਗ੍ਹਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਜਨੀਤਿਕ ਹਿੱਤਾਂ ਲਈ ਕਿਧਰੇ ਨਾ ਕਿਧਰੇ ਵਰਤਿਆ ਜਾਂਦਾ ਰਿਹਾ। ਇਸ ਕਰਕੇ ਜਦੋਂ ਕੋਈ ਆਪਾਂ ਇਹ ਕਹੀਏ ਕਿ ਧਾਰਮਿਕ ਸੰਸਥਾ ਜਿਹੜੀ ਸਮੁੱਚੇ ਪੰਜਾਬੀਆਂ ਦੀ ਸੰਸਥਾ ਹੈ ਉਸ ਨੂੰ ਇੱਕ ਵਿਸ਼ੇਸ਼ ਵਿਅਕਤੀ ਦੀ ਪਾਰਟੀ ਜਾਂ ਵਿਸ਼ੇਸ਼ ਵਿਅਕਤੀਆਂ ਦੀ ਪਾਰਟੀ ਦੇ ਪ੍ਰਚਾਰ ਲਈ ਉਹਦੇ ਮੋਹਰੀ ਵਰਤਣਗੇ ਤਾਂ ਇਹਦੇ ਨਾਲ ਬਹੁਤ ਸਾਰੇ ਪ੍ਰਸ਼ਨ ਖੜੇ ਹੁੰਦੇ ਆ ਤੇ ਇਸੇ ਕਰਕੇ ਜਿਹੜੇ ਉਹ ਪ੍ਰਸ਼ਨ ਹੈ ਵਿਰੋਧੀ ਲੋਕਾਂ ਨੂੰ ਜਾਂ ਵਿਰੋਧੀ ਰਾਜਨੀਤਿਕ ਪਾਰਟੀਆਂ ਨੂੰ ਬੋਲਣ ਦਾ ਮੌਕਾ ਦਿੰਦੇ ਆ। ਮੈਨੂੰ ਲੱਗਦਾ ਭਗਵੰਤ ਮਾਨ ਹੋਣਾ ਨੇ ਵੀ ਉਸੇ ਮੌਕੇ ਨੂੰ ਦੇਖਦੇ ਹੋਏ ਕਿ ਉਹ ਸੰਸਥਾ ਜਿਹੜੀ ਸਿਰਫ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਲਈ ਬਣੀ ਸੀ, ਜੇ ਉਸ ਦੇ ਜਿਹੜੇ ਪ੍ਰਧਾਨ ਹੈ ਉਹ ਆ ਕੇ ਦੂਸਰੇ ਜਿਹੜੇ ਸਿੱਖ ਸੰਸਥਾ ਦੇ ਨਾਲ ਜੁੜੇ ਹੋਏ ਵਿਅਕਤੀ ਹੈ ਪਰ ਰਾਜਨੀਤਿਕ ਤੌਰ ਤੇ ਦੂਜੀਆਂ ਪਾਰਟੀਆਂ ਦੇ ਹੈ, ਉਹਨਾਂ ਤੇ ਪ੍ਰਸ਼ਨ ਕਰਨਗੇ, ਉਹਨਾਂ ਤੇ ਕਮੈਂਟ ਕਰਨਗੇ ਤਾਂ ਇਹਦੇ ਨਾਲ ਇਸ ਕਿਸਮ ਦੇ ਸਵਾਲ ਖੜੇ ਹੋਣਾ ਪ੍ਰਧਾਨ ਤੇ ਲਾਜ਼ਮੀ ਹੈ ਜੀ। ਡਾਕਟਰ ਸਾਹਿਬ, ਕੀ ਪ੍ਰਧਾਨ ਸਾਹਿਬ ਦਾ ਰਾਜਨੀਤੀ ਦੇ ਵਿੱਚ ਆਉਣਾ ਕੀ ਇਹ ਜਾਇਜ਼ ਹੈ? ਦੇਖੋ, ਜਦੋਂ ਇਲੈਕਸ਼ਨ ਕਰਕੇ ਕਿਸੇ ਵਿਅਕਤੀ ਨੂੰ ਚੁਣਿਆ ਜਾਂਦਾ ਹੈ, ਉਹ ਚੋਣਾਂ ਲੜਦਾ ਹੈ ਤਾਂ ਉਹ ਸਿੱਧੇ ਤੌਰ ਤੇ ਰਾਜਨੀਤੀ ਦੇ ਵਿੱਚ ਤਾਂ ਆ ਹੀ ਜਾਂਦਾ ਹੈ। ਪਰ ਨਾਲ ਹੀ ਨਾਲ ਜਿਵੇਂ ਅਸੀਂ ਆਪਣੀ ਗੱਲ ਕਰ ਰਹੇ ਹਾਂ ਕਿ ਜਿਹੜੀਆਂ ਧਾਰਮਿਕ ਸੰਸਥਾਵਾਂ ਉਹਨਾਂ ਨੂੰ ਸਿੱਧੇ ਤੌਰ ਤੇ ਕਿਸੇ ਇੱਕ ਵਿਸ਼ੇਸ਼ ਧਿਰ ਦਾ ਹਿੱਸਾ ਬਣਨ ਤੋਂ ਬਚਣਾ ਚਾਹੀਦਾ ਹੈ। ਰਾਜਨੀਤੀ ਤੇ ਚੋਣ ਤਾਂ ਇੱਕ ਦੂਜੇ ਨਾਲ ਜੁੜੇ ਹੋਏ ਆਪਾਂ ਕਹਿ ਦਈਏ ਕਿ ਵਰਤਾਰੇ ਹੈ। ਬਹੁਤ ਸਾਰੀਆਂ ਹੋਰ ਸੰਸਥਾਵਾਂ ਦੇ ਮੁਖੀ ਹੈ ਜਿਹੜੇ ਜਿਨ੍ਹਾਂ ਨੂੰ ਅਸੀਂ ਡੈਮੋਕ੍ਰੈਟਿਕ ਵੇ ਦੇ ਵਿੱਚ ਚੁਣ ਕੇ ਲੈ ਕੇ ਆਉਣੇ ਆ ਤਾਂ ਉਹ ਸਿੱਧੇ ਤੌਰ ਤੇ ਰਾਜਨੀਤੀ ਦੇ ਵਿੱਚ ਆ ਜਾਂਦੇ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਸਾਡੀਆਂ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਜਿਨ੍ਹਾਂ ਦੇ ਵਿੱਚੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਜਿਹੜੇ ਮੁਖੀ ਹੈ ਉਹ ਜਦੋਂ ਅਕਾਲੀ ਦਲ ਤੋਂ ਵੱਖਰੀ ਰਾਜਨੀਤਿਕ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਰਾਜਨੀਤੀ ਵਿੱਚ ਸਰਗਰਮ ਹੋਏ ਤਾਂ ਉਹਨਾਂ ਨਾਲ ਵੀ ਕਿਤੇ ਨਾ ਕਿਤੇ ਕਸ਼ਮਕਸ਼ ਹੋਈ। ਹੁਣ ਦੇਖਿਆ ਇਹ ਜਾਂਦਾ ਹੈ ਕਿ ਜਿਵੇਂ ਜੋ ਅਕਾਲੀ ਦਲ ਦਾ ਸਮਰਥਕ ਹੈ ਉਹੀ ਸਿੱਖ ਹੈ, ਜੋ ਸਮਰਥਕ ਨਹੀਂ ਹੈ ਉਹ ਸਿੱਖ ਨਹੀਂ ਹੈ। ਜਦੋਂ ਇਸ ਕਿਸਮ ਦੀ ਧਾਰਨਾ ਨੂੰ ਲੈ ਕੇ ਕੋਈ ਵਿਅਕਤੀ ਰਾਜਨੀਤੀ ਕਰੂਗਾ ਤਾਂ ਕੁਦਰਤੀ ਗੱਲ ਹੈ ਕਿ ਉਸ ਤੇ ਵੱਡੇ ਪ੍ਰਸ਼ਨ ਹੈ ਜਿਹੜੇ ਉਹ ਖੜੇ ਹੋ ਜਾਂਦੇ ਆ ਤੇ ਤੁਸੀਂ ਸਿਲੈਕਟਿਵ ਚੀਜ਼ਾਂ ਨੂੰ ਲੈ ਕੇ ਚੱਲਦੇ ਹੋ। ਜਿਹੜੀ ਚੀਜ਼ ਤੁਹਾਨੂੰ ਲੱਗਦਾ ਹੈ ਕਿ ਇੱਕ ਵਿਸ਼ੇਸ਼ ਪਾਰਟੀ ਦੇ ਹਿੱਤਾਂ ਦੀ ਪੂਰਤੀ ਕਰਦੀ ਹੈ ਉਹ ਠੀਕ ਹੈ, ਜਿਹੜੀ ਹਿੱਤਾਂ ਦੀ ਪੂਰਤੀ ਨਹੀਂ ਕਰਦੀ ਉਸ ਨੂੰ ਉਹ ਠੀਕ ਨਹੀਂ ਕਹਿੰਦੇ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਇੱਕ ਵਿਸ਼ੇਸ਼ ਕਿਸਮ ਦਾ ਮੌਕਾ ਦਿੰਦੀ ਹੈ ਕਿ ਉਹ ਰਾਜਨੀਤੀ ਕਰਨ ਆਏ ਹੋਏ ਧਾਰਮਿਕ ਆਗੂਆਂ ਤੇ ਇਹ ਸਵਾਲ ਕਰ ਸਕਣ। ਜੀ ਡਾਕਟਰ ਸਾਹਿਬ, ਜੇ ਗੱਲ ਕਰੀਏ ਤਾਂ SGPC ਦੇ ਪ੍ਰਧਾਨ ਦੀ ਇਸ ਰਾਜਨੀਤੀ ਦੇ ਵਿੱਚ ਆਉਣ ਤੋਂ ਬਾਅਦ ਕੀ SGPC ਮੁੱਖ ਮੰਤਰੀ ਦੇ ਬਿਆਨ ਦੇ ਉੱਪਰ ਕੋਈ ਗੱਲਬਾਤ ਕਰ ਸਕਦੀ ਹੈ ਜੀ?
ਦੇਖੋ, ਗੱਲਬਾਤ ਤਾਂ ਜਦੋਂ ਉਹ ਇਲੈਕਸ਼ਨ ਦੇ ਵਿੱਚ ਓਪਨ ਦੇ ਵਿੱਚ ਆ ਗਏ ਤਾਂ ਗੱਲਬਾਤ ਤਾਂ ਸ਼ੁਰੂ ਹੋ ਗਈ। ਜੀ ਨਾ ਸਿਰਫ ਗੱਲਬਾਤ ਬਲਕਿ ਇਹ ਇੱਕ ਵੱਡੀ ਡਿਬੇਟ ਸ਼ੁਰੂ ਹੋ ਗਈ। ਅਲਟੀਮੇਟਲੀ ਇਸ ਸਾਰੀ ਡਿਬੇਟ ਦਾ ਨੁਕਸਾਨ ਹੈ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਹੋਣਾ ਹੈ। ਜੀ ਉਹ ਇਸ ਕਰਕੇ ਹੋਣਾ ਹੈ ਕਿਉਂਕਿ ਜਿਹੜੇ ਭਗਵੰਤ ਮਾਨ ਹੈ ਉਹ ਸਿੱਧੇ ਰੂਪ ਦੇ ਵਿੱਚ ਰਾਜਨੀਤਿਕ ਵਿਅਕਤੀ ਹੈ ਤੇ ਰਾਜਨੀਤੀ ਕਰ ਰਹੇ ਹੈ। ਜੀ ਇਸੇ ਤਰੀਕੇ ਨਾਲ ਜੇ ਆਪਾਂ ਪ੍ਰਧਾਨ ਮੰਤਰੀ ਦੀ ਗੱਲ ਕਰੀਏ, ਉਹ ਵੀ ਵੱਖ-ਵੱਖ ਥਾਵਾਂ ਤੇ ਇੱਕ ਪਾਸੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦਾ ਰੋਲ ਨਿਭਾਉਂਦੇ ਆ ਤੇ ਨਾਲ ਹੀ ਨਾਲ ਜਦੋਂ ਉਹ ਰਾਜਨੀਤਿਕ ਰੈਲੀ ਦੇ ਵਿੱਚ ਜਾਂਦੇ ਆ ਤਾਂ ਉੱਥੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾ ਦਾ ਰੋਲ ਵੀ ਨਿਭਾਉਂਦੇ ਆ। ਜੀ ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਰਾਜਨੀਤਿਕ ਵਿਅਕਤੀ ਕਿਸੇ ਵੱਡੀ ਸੰਸਥਾ ਦਾ ਮੁਖੀ ਬਣੇ ਹੁੰਦੇ ਆ ਤਾਂ ਉਹ ਕਿਧਰੇ ਨਾ ਕਿਧਰੇ ਆਪਣੇ ਆਪ ਨੂੰ ਸੇਫ ਕਰ ਲੈਂਦੇ ਆ ਕਿ ਹੁਣ ਅਸੀਂ ਸਰਕਾਰ ਚਲਾਉਣ ਵਾਸਤੇ ਬਿਆਨ ਦੇ ਰਹੇ ਹਾਂ, ਹੁਣ ਅਸੀਂ ਰੈਲੀ ਦੇ ਵਿੱਚ ਇੱਕ ਰਾਜਨੇਤਾ ਦੇ ਤੌਰ ਤੇ ਗਏ ਹੋਏ ਹਾਂ। ਮੈਨੂੰ ਲੱਗਦਾ ਕਿ ਧਾਰਮਿਕ ਵਿਅਕਤੀ ਕੋਲ ਇਸ ਕਿਸਮ ਲਈ ਬਚਣ ਲਈ ਕੋਈ ਜਗ੍ਹਾ ਨਹੀਂ ਹੁੰਦੀ, ਕਿਉਂਕਿ ਉਹ ਇਹ ਨਹੀਂ ਕਹਿ ਸਕਦਾ ਕਿ ਹੁਣ ਮੈਂ ਧਰਮ ਦਾ ਕੰਮ ਕਰ ਰਿਹਾ, ਹੁਣ ਮੈਂ ਰਾਜਨੀਤੀ ਦਾ ਕੰਮ ਕਰ ਰਿਹਾ। ਜੀ ਕਿਉਂਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹ ਸਾਰੇ ਸਿੱਖਾਂ ਦੀ ਸ਼੍ਰੋਮਣੀ ਜਮਾਤ ਹੈ। ਇਸ ਦੇ ਵਿੱਚ ਸਾਰੀਆਂ ਧਿਰਾਂ ਦੇ ਸਾਰੇ ਪੱਖਾਂ ਦੇ ਬੰਦੇ ਆਉਂਦੇ ਆ ਤੇ ਇਸ ਕਰਕੇ ਇਸ ਤੋਂ ਉਮੀਦਾਂ ਵੀ ਲੋਕ ਵੱਧ ਲਗਾ ਲੈਂਦੇ ਆ ਕਿ ਅਸੀਂ ਇਹਨੂੰ ਸਾਰੀਆਂ ਸੰਸਥਾਵਾਂ ਦੀ ਇੱਕ ਸਾਂਝੀ ਜਮਾਤ ਬਣਾ ਕੇ ਉਸ ਰੂਪ ਦੇ ਵਿੱਚ ਸਮਝੀਏ, ਪੇਸ਼ ਕਰੀਏ ਤੇ ਦੇਖੀਏ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਇੱਥੇ ਜਿਹੜੇ ਸਾਡੇ ਹਰਜਿੰਦਰ ਸਿੰਘ ਧਾਮੀ ਹੋਣੀ ਆ ਉਹਨਾਂ ਨੂੰ ਡਿਫੈਂਸਿਵ ਹੋਣਾ ਪਊਗਾ, ਕਿਉਂਕਿ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ, ਵੱਡੀ ਚੁਣੌਤੀ ਵੀ ਹੈ। ਗਾਹੇ ਬਗਾਹੇ ਲੋਕ ਅੱਗੇ ਪਿੱਛੇ ਗੱਲਾਂ ਕਰਦੇ ਰਹੇ ਹੈ, ਪਰ ਸਿੱਧੇ ਤੌਰ ਤੇ ਰਾਜਨੀਤਿਕ ਪਿੜ ਦੇ ਵਿੱਚ ਇਸ ਗੱਲ ਨੂੰ ਲਿਆ ਕੇ ਖੜਾ ਕਰਨਾ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਤੇ ਵੱਡੀ ਚੁਣੌਤੀ ਵੀ ਹੈ। ਜੀ ਡਾਕਟਰ ਸਾਹਿਬ, ਇਸ ਸਭ ਤੋਂ ਬਾਅਦ ਕੀ ਐਸਜੀਪੀਸੀ ਦੇ ਜਿਹੜੇ ਜਥੇਦਾਰ ਨੇ ਹਰਪ੍ਰੀਤ ਸਿੰਘ, ਕੀ ਉਹ ਇਸ ਸਾਰੀ ਚੀਜ਼ ਦਾ ਸੰਗਿਆਨ ਲੈਣਗੇ? ਦੇਖੋ, ਐਸਜੀਪੀਸੀ ਦੇ ਜਥੇਦਾਰ ਦੀ ਚੋਣ ਹੈ ਜਿਹੜੀ ਉਹ ਸਰਬੱਤ ਖਾਲਸਾ ਦੇ ਨਾਲ ਕੀਤੀ ਜਾਂਦੀ ਹੈ। ਜੀ ਜਿਹੜੇ ਵਰਤਮਾਨ ਜਥੇਦਾਰ ਹੈ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਇਹੀ ਕਿਹਾ ਜਾਂਦਾ ਹੈ ਕਿ ਇਹ ਬਾਦਲ ਸਾਹਿਬ ਹੁਣਾਂ ਦੀ ਚੋਣ ਹੈ ਜੀ ਜਾਂ ਉਹਨਾਂ ਦੇ ਅਕਾਲੀ ਦਲ ਦੀ ਚੋਣ ਹੈ। ਇਸ ਕਰਕੇ ਉਹ ਅਜੇ ਤੱਕ ਕਾਰਜਕਾਰੀ ਜਥੇਦਾਰ ਹੈ। ਜੇ ਉਹ ਬਹੁਤ ਅੱਗੇ ਵੱਧ ਕੇ ਬਿਆਨ ਦੇਣ ਦੀ ਕੋਸ਼ਿਸ਼ ਕਰਨਗੇ ਤਾਂ ਇਹਦੇ ਨਾਲ ਕਈ ਵਾਰੀ ਇਹ ਹੁੰਦਾ ਕਿ ਬਾਜੀ ਉਲਟੀ ਵੀ ਪੈ ਸਕਦੀ ਹੈ। ਜੀ ਜਥੇਦਾਰ ਸਾਹਿਬ ਬਹੁਤ ਸਾਰੇ ਧਾਰਮਿਕ ਮਸਲਿਆਂ ਤੇ ਬਿਆਨ ਦਿੰਦੇ ਆ, ਪਰ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਇਹ ਵੀ ਦੇਖਿਆ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੁਬਿਧਾ ਦਾ ਸ਼ਿਕਾਰ ਵੀ ਰਹੇ ਹੈ, ਜਿਨ੍ਹਾਂ ਦੇ ਵਿੱਚੋਂ ਪ੍ਰਮੁੱਖ ਤੌਰ ਤੇ ਅਸੀਂ ਅੰਮ੍ਰਿਤਪਾਲ ਵਾਲੇ ਮਸਲੇ ਦੀ ਗੱਲ ਲੈ ਸਕਦੇ ਹਾਂ। ਇੱਕ ਸਟੇਜ ਉਹ ਸੀ ਜਦੋਂ ਉਹਨਾਂ ਨੇ ਅੰਮ੍ਰਿਤਪਾਲ ਦੀ ਸਾਰੀ ਕਾਰਵਾਈ ਤੋਂ ਕਿਨਾਰਾ ਕਰੀ ਰੱਖਿਆ। ਦੂਸਰੀ ਸਟੇਜ ਉਹ ਆਈ ਜਦੋਂ ਉਹ ਵਿਚਕਾਰ ਜੇ ਹੋ ਗਏ। ਤੀਸਰੀ ਸਟੇਜ ਉਹ ਆਈ ਜਦੋਂ ਉਹਨਾਂ ਨੇ ਸਿੱਖ ਨੌਜਵਾਨ, ਉਹਨਾਂ ਦਾ ਫਰਜ਼ ਵੀ ਬਣਦਾ ਸੀ, ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਣ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਦੇ ਲਈ ਉਹ ਕੇਂਦਰ ਸਰਕਾਰ ਦੇ ਨਾਲ ਡਟ ਕੇ ਖੜ ਗਏ। ਆਮ ਲੋਕ ਇਹ ਵੀ ਸਵਾਲ ਕਰਦੇ ਆ ਕਿ ਜਿੰਨਾ ਚਿਰ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੇ ਵਿੱਚ ਸਰਕਾਰ ਸੀ, ਉਹਨਾਂ ਚਿਰ ਕੇਂਦਰ ਤੇ ਰਾਜ ਦੇ ਸਬੰਧਾਂ ਬਾਰੇ ਜਿਹੜੇ ਜਥੇਦਾਰ ਸੀ ਉਹ ਕੌਮ ਦੇ ਨਾਂ ਤੇ ਹੋਰ ਕਿਸਮ ਦੇ ਸੰਦੇਸ਼ ਦਿੰਦੇ ਸੀ। ਜਦੋਂ ਦੋਨਾਂ ਦੇ ਸਬੰਧਾਂ ਦੇ ਵਿੱਚ ਤਰੇੜ ਆਈ ਤਾਂ ਉਹਨਾਂ ਦੇ ਬਿਆਨ ਹੈ ਜਿਹੜੇ ਤੇ ਉਹਨਾਂ ਦੇ ਹਥਿਆਰ ਰੱਖਣ ਦੀਆਂ ਗੱਲਾਂ ਕਹਿਣਾ, ਉਹਨਾਂ ਦਾ ਸਾਰਾ ਮੁਹਾਵਰਾ ਬਦਲ ਗਿਆ। ਤੇ ਹੁਣ ਇੱਕ ਵਾਰ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਤੋਂ ਬਾਅਦ ਜਿਸ ਪ੍ਰਕਾਰ ਵੱਖ-ਵੱਖ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤਾਂ ਕਰ ਰਹੇ ਹੈ, ਜਿਹਦੇ ਵਿੱਚੋਂ ਪੰਜਾਬ ਦੇ ਰਾਜਨੀਤਿਕ ਪੰਡਤ ਇਹ ਕਿਆਸ-ਰਾਈਆਂ ਲਗਾਉਣ ਲੱਗੇ ਹੋਏ ਹੈ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਫੇਰ ਭਾਈਵਾਲੀ ਬਣਨ ਜਾ ਰਹੀ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਦੋਵਾਂ ਤਰ੍ਹਾਂ ਦੇ ਬਿਆਨ ਫਿਰ ਬਦਲੇ ਨਜ਼ਰ ਆਉਣਗੇ। ਹਾਲੇ ਤੱਕ ਸਥਿਤੀ ਬਹੁਤੇ ਬਦਲਣ ਦੀ ਇਸ ਕਰਕੇ ਨਹੀਂ ਹੈ ਕਿਉਂਕਿ ਜ਼ਾਹਰਾ ਤੌਰ ਤੇ ਬੀਐਸਪੀ ਅਤੇ ਅਕਾਲੀ ਦਲ ਨੇ ਆਪਣੇ ਸਮਰਥਨ ਨਾਲ ਜਲੰਧਰ ਦੀ ਜਿਮਨੀ ਚੋਣ ਦੇ ਵਿੱਚ ਆਪਣਾ ਉਮੀਦਵਾਰ ਉਤਾਰਿਆ ਹੋਇਆ ਹੈ। ਪਰ ਅੱਜ ਜੋ ਬਾਹਰ ਨਿਕਲ ਕੇ ਆ ਰਿਹਾ ਹੈ ਇਸ ਦੇ ਵਿੱਚ ਬੜੀ ਇੱਕ ਟੇਢੀ ਸਥਿਤੀ ਬਣੀ ਹੋਈ ਹੈ ਕਿ ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਤੇ ਬੀਐਸਪੀ ਇਹ ਇਹੋ ਜਿਹੀ ਤਕੋਣ ਤੇ ਖੜੇ ਹੋਏ ਹੈ। ਲੋਕ ਇਹਨਾਂ ਬਾਰੇ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ ਕਿ ਜਥੇਦਾਰ ਸਾਹਿਬ ਹੁਣ ਕਿਸ ਕਿਸਮ ਦੇ ਆਪਣੇ ਬਿਆਨ ਦਿੰਦੇ ਆ। ਜੀ ਡਾਕਟਰ ਸਾਹਿਬ, ਜੇ ਗੱਲ ਕਰੀਏ ਜਦੋਂ ਧਾਰਮਿਕ ਮੁੱਦੇ ਤੇ ਆਉਂਦੀ ਹੈ ਤਾਂ ਜਿਹੜੇ ਸਾਰੇ ਰਾਜਨੀਤਿਕ ਧਿਰਾਂ ਨੇ ਉਸ ਦੇ ਵਿੱਚ ਆ ਜਾਂਦੇ ਨੇ। ਤਾਂ ਜੇ ਗੱਲ ਕਰੀਏ ਦਿੱਲੀ ਕਮੇਟੀ ਦੇ ਜਿਹੜੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜੇ ਉਹ ਬੀਜੇਪੀ ਦਾ ਸਮਰਥਨ ਕਰਨਗੇ ਤੇ ਐਸਜੀਪੀਸੀ ਦੇ ਪ੍ਰਧਾਨ ਅਕਾਲੀ ਦਲ ਦਾ ਸਮਰਥਨ ਕਰਦੇ ਨੇ, ਤੁਸੀਂ ਕਿਵੇਂ ਦੇਖਦੇ ਹੋ ਵੀ ਕੌਮ ਜਿਹੜੀ ਦੋ ਫਾੜ ਹੋ ਸਕਦੀ ਹੈ? ਜੀ ਬਿਲਕੁਲ, ਇੱਥੇ ਇਹ ਹੈ ਕਿ ਬਹੁਤ ਸਾਰੇ ਸਾਡੇ ਨੇਤਾ
ਧਾਰਮਿਕ ਸੰਸਥਾਵਾਂ ਦੇ ਮੁਖੀ ਉਹ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਕਰਨ ਵਾਸਤੇ ਜਿੱਥੇ ਸਮੁੱਚੀ ਕੌਮ ਨੂੰ, ਇੱਕ ਪਾਸੇ ਅਸੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲੇ ਦੀ ਗੱਲ ਕਰਦੇ ਹਾਂ, ਦੂਸਰੇ ਪਾਸੇ ਅਸੀਂ ਨਾਲ ਹੀ ਨਾਲ ਰਾਜਨੀਤਿਕ ਕਾਰਨਾਂ ਕਰਕੇ ਆਪਸੀ ਵੰਡੀਆਂ ਦਾ ਸ਼ਿਕਾਰ ਹੋ ਰਹੇ ਹਾਂ। ਤੁਸੀਂ ਦੇਖੋ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨਾ ਚਿਰ ਤੱਕ ਅਕਾਲੀ ਦਲ ਦੇ ਨਾਲ ਜੁੜ ਕੇ ਚੱਲ ਰਹੀ ਸੀ ਉਹਨਾਂ ਚਿਰ ਤੱਕ ਸਾਰਾ ਕੁਝ ਠੀਕ ਠਾਕ ਸੀ। ਉਹਨਾਂ ਚਿਰ ਪੰਜਾਬ ਦਾ ਅਕਾਲੀ ਦਲ ਜਿਹੜੇ ਸਰਨਾ ਬ੍ਰਦਰ ਹੈ ਉਹਨਾਂ ਦੀ ਮੁਖਾਲਫਤ ਕਰਦਾ ਸੀ, ਉਹਨਾਂ ਦਾ ਵਿਰੋਧ ਕਰਦਾ ਸੀ। ਹੁਣ ਕੀ ਹੋਇਆ ਕਿ ਹਰਜਿੰਦਰ ਸਿੰਘ ਸਰਸਾ ਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਨਾਲ ਚਲੇ ਗਏ, ਕਿਉਂਕਿ ਹਰਜਿੰਦਰ ਸਿੰਘ ਸਰਸਾ ਪਹਿਲਾਂ ਵੀ ਜਦੋਂ ਚੋਣ ਲੜੀ ਸੀ ਉਦੋਂ ਭਾਰਤੀ ਜਨਤਾ ਪਾਰਟੀ ਦੇ ਸਿੰਬਲ ਤੋਂ ਚੋਣ ਲੜ ਕੇ ਹੀ ਵਿਧਾਨ ਸਭਾ ਦੇ ਵਿੱਚ ਦਿੱਲੀ ਦੇ ਵਿੱਚ ਗਏ ਸੀ। ਤੇ ਜਿਹੜੀ ਭਾਰਤੀ ਜਨਤਾ ਪਾਰਟੀ ਨਾਲ ਮੇਲ ਜੋਲ ਕਰਵਾਉਣ ਦੀ ਗੱਲ ਹੈ ਉਹ ਵੀ ਤਾਂ ਅਕਾਲੀ ਦਲ ਨੇ ਕਰਵਾਈ ਸੀ। ਹੁਣ ਅਕਾਲੀ ਦਲ ਉੱਥੋਂ ਆਪਣੇ ਜਿਹੜਾ ਸਬੰਧ ਸੀ ਭਾਰਤੀ ਜਨਤਾ ਪਾਰਟੀ ਨਾਲ ਉਹਨਾਂ ਤੋਂ ਪਿੱਛੇ ਹਟ ਗਿਆ। ਮਨਜਿੰਦਰ ਸਿੰਘ ਸਰਸਾ ਉੱਥੇ ਹੀ ਖੜੇ ਰਹੇ। ਹੁਣ ਇਹਨਾਂ ਚੋਂ ਕੌਣ ਗਲਤ ਕੌਣ ਠੀਕ ਹੈ ਇਹ ਗੱਲ ਵਿਚਾਰਨ ਵਾਲੀ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਪਹਿਲਾਂ ਤੋਂ ਹੀ ਅਲੱਗ ਸੀ, ਪਰ ਉਹਦੀ ਸਾਂਝੀਵਾਲਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਚੰਗੀ ਤਰ੍ਹਾਂ ਬਣੀ ਹੋਈ ਸੀ। ਪਿਛਲੇ ਦਿਨਾਂ ਵਿੱਚ ਉਹਨਾਂ ਨੇ ਆ ਕੇ ਆਪਣੇ ਪੱਧਰ ਤੇ ਅੰਮ੍ਰਿਤਸਰ ਦੇ ਵਿੱਚ ਕੁਝ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੇ ਜਿਹੜੀ ਅੰਮ੍ਰਿਤਸਰ ਦੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਚਾਰਧਾਰਕ ਤੌਰ ਤੇ ਵਿਰੋਧ ਕੀਤਾ ਗਿਆ। ਤੇ ਇਸ ਨਾਲ ਕੀ ਹੁੰਦਾ ਕਿ ਅੱਜ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਨਾ ਕਿਤੇ ਇਹਨਾਂ ਨੂੰ ਸੂਬਿਆਂ ਦੇ ਆਧਾਰ ਤੇ ਰਾਜਨੀਤਿਕ ਆਧਾਰ ਤੇ ਅਲੱਗ-ਅਲੱਗ ਵੰਡ ਕੇ ਦੇਖਿਆ ਜਾ ਰਿਹਾ ਹੈ, ਜਿਹੜੀ ਮੈਨੂੰ ਲੱਗਦਾ ਹੈ ਕੌਮ ਦੇ ਭਵਿੱਖ ਲਈ ਤੇ ਕੌਮ ਦੇ ਸਤਿਕਾਰ ਲਈ, ਅਕਾਲ ਤਖਤ ਸਾਹਿਬ ਦੇ ਮਿਆਰੀ ਤੇ ਉੱਚ ਪੁਣੇ ਲਈ ਪ੍ਰਸ਼ਨ ਚਿੰਨ੍ਹ ਖੜੇ ਕਰਨ ਵਾਲੀਆਂ ਗੱਲਾਂ ਭਵਿੱਖ ਦੇ ਵਿੱਚ ਬਣ ਸਕਦੀਆਂ। ਜੀ ਡਾਕਟਰ ਸਾਹਿਬ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਦੇ ਉੱਪਰ ਆਰੋਪ ਲਗਾਏ ਗਏ ਨੇ, ਤੁਸੀਂ ਕੀ ਇਹਨਾਂ ਨੂੰ ਜਾਇਜ਼ ਮੰਨਦੇ ਹੋ? ਦੇਖੋ, ਜਦੋਂ ਰਾਜਨੀਤੀ ਹੁੰਦੀ ਹੈ ਤਾਂ ਉਸ ਦੇ ਵਿੱਚ ਜਾਇਜ਼ ਜਾਂ ਨਜਾਇਜ਼ ਬਹੁਤਾ ਨਹੀਂ ਦੇਖਿਆ ਜਾਂਦਾ। ਉੱਥੇ ਇਹ ਦੇਖਿਆ ਜਾਂਦਾ ਕਿ ਕਿਸ ਗੱਲ ਦਾ ਰਾਜਨੀਤਿਕ ਤੌਰ ਤੇ ਕਿਸ ਨੂੰ ਕਿੰਨਾ ਫਾਇਦਾ ਹੋ ਸਕਦਾ ਜੀ। ਜਦੋਂ ਕਿਤੇ ਜ਼ਰੂਰਤ ਪੈਂਦੀ ਹੈ ਤਾਂ ਜਿਹੜੇ ਐਸਜੀਪੀਸੀ ਵਾਲੇ ਵੀ ਭਗਵੰਤ ਮਾਨ ਨੂੰ ਕਟਹਿਰੇ 'ਚ ਖੜਾ ਕਰਨ ਲੱਗੇ ਟਾਈਮ ਨਹੀਂ ਲਾਉਂਦੇ। ਪਿਛਲੇ ਦਿਨਾਂ ਦੇ ਵਿੱਚ ਹੋਈਆਂ ਬੇਅਦਬੀਆਂ ਨੂੰ ਸਿੱਧੇ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਵਰਤਮਾਨ ਸਰਕਾਰ ਹੈ ਉਹ ਇਹਨਾਂ ਬੇਅਦਬੀਆਂ ਨੂੰ ਰੋਕਣ ਤੋਂ ਨਾਕਾਮ ਰਹੀ ਹੈ, ਜਦੋਂ ਕਿ ਵਰਤਮਾਨ ਸਰਕਾਰ ਇਹ ਕਹਿੰਦੀ ਹੈ ਕਿ ਜਿਹੜੇ ਬਾਈਬਲ ਕਲਾਂ ਤੇ ਕੋਟਕਪੂਰੇ ਦੀਆਂ ਬੇਅਦਬੀਆਂ ਦਾ ਮਸਲਾ ਸੀ ਅਸੀਂ ਉਸ ਤੇ ਇਨਸਾਫ ਦਿਵਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਇਸ ਕਰਕੇ ਜਿੱਥੋਂ ਤੱਕ ਤੁਸੀਂ ਗੱਲ ਕਹੀ ਹੈ ਕਿ ਕੀ ਇਹਨੂੰ ਜਾਇਜ਼ ਮੰਨ ਸਕਦੇ ਆ, ਤਾਂ ਮੈਂ ਇਹੀ ਕਹੂੰਗਾ ਕਿ ਚੋਣਾਂ ਦੇ ਦਿਨ ਇੱਥੇ ਜਿਹੜੇ ਵਿਅਕਤੀ ਦਾ ਜਿਹੜਾ ਰਾਜਨੀਤਿਕ ਹਥਿਆਰ ਚੱਲ ਗਿਆ ਉਹੀ ਜਾਇਜ਼ ਹੈ, ਤੇ ਜਿਹੜਾ ਜਿਹਦੇ ਉੱਪਰ ਦੀ ਪੈ ਗਿਆ ਆਪਣੀ ਗੱਲ ਨੂੰ ਲੌਜਿਕ ਨਾਲ ਦੂਜੇ ਦੇ ਗਲ 'ਚ ਪਾਉਣ ਦੇ ਵਿੱਚ ਸਫਲ ਰਿਹਾ ਉਹੀ ਜਾਇਜ਼ ਮੰਨਿਆ ਜਾਂਦਾ ਹੈ। ਇਹਦੇ ਵਾਸਤੇ ਸਾਡੇ ਕੋਲੇ ਕੋਈ ਇਸ ਕਿਸਮ ਦਾ ਤਰਕ ਜਾਂ ਲਕੀਰ ਨਹੀਂ ਹੈ ਕਿ ਜਿਹਦੇ ਰਾਹੀਂ ਅਸੀਂ ਕਹਿ ਸਕੀਏ ਕਿ ਹਾਂ ਇਹ ਗੱਲ ਜਾਇਜ਼ ਹੈ ਜਾਂ ਇਹ ਗੱਲ ਨਜਾਇਜ਼ ਹੈ। ਜੀ ਡਾਕਟਰ ਸਾਹਿਬ, ਐਸਜੀਪੀਸੀ ਦੇ ਪ੍ਰਧਾਨ ਦਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਪ੍ਰਚਾਰ ਕਰਨਾ ਜੀ, ਕੀ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦਾ ਫਾਇਦਾ ਹੋ ਸਕਦਾ ਜੀ ਕੋਈ? ਦੇਖੋ, ਜਦੋਂ ਵੀ ਕੋਈ ਰਾਜਨੀਤਿਕ ਦਲ ਚੋਣਾਂ ਦੇ ਵਿੱਚ ਉਤਰਦਾ ਹੈ ਤਾਂ ਉਹ ਆਪਣਾ ਹਰ ਹੀਲਾ ਵਸੀਲਾ ਵਰਤਦਾ ਹੈ ਜਿੱਤਣ ਵਾਸਤੇ। ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੋਣਾ ਹੈ ਕਿ ਜਦੋਂ ਸੰਗਰੂਰ ਦੀ ਮੈਂਬਰ ਪਾਰਲੀਮੈਂਟ ਦੀ ਜਿਮਨੀ ਚੋਣ ਹੋਈ ਸੀ ਤਾਂ ਉਸ ਸਮੇਂ ਅਕਾਲੀ ਦਲ ਨੂੰ ਬਹੁਤ ਵੱਡਾ ਧੱਕਾ ਲੱਗਿਆ ਸੀ। ਅਕਾਲੀ ਦਲ ਹੁਣ ਪੰਜਾਬ ਦੇ ਵਿੱਚ ਭਵਿੱਖ ਦੀ ਰਾਜਨੀਤੀ ਨੂੰ ਤੈਅ ਕਰਨ ਵਾਸਤੇ ਆਪਣੀ ਤਾਕਤ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰੂਗਾ। ਇਸ ਲਈ ਉਹ ਆਪਣੇ ਵੱਲੋਂ ਹਰ ਹਾਲਤ ਦੇ ਵਿੱਚ ਜਿੰਨੇ ਜਥੇਦਾਰ ਹੈ, ਜਿੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਪ੍ਰਧਾਨ ਜਾਂ ਜੋ ਵੀ ਉਹਨਾਂ ਨੂੰ ਤਾਕਤ ਦੇਣ ਵਾਲੀਆਂ ਚੀਜ਼ਾਂ, ਭਾਵੇਂ ਉਹ ਪਿੱਛੇ ਤੋਂ ਧਰਮ ਨਾਲ ਜੁੜੀਆਂ ਹੋਈਆਂ, ਉਹਨਾਂ ਸਾਰੀਆਂ ਦਾ ਇਸਤੇਮਾਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰਨਗੇ, ਕਿਉਂਕਿ ਜੇ ਉਹਨਾਂ ਦੀ ਪਾਰਟੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਹੈ ਤਾਂ ਉਹਨਾਂ ਨੂੰ ਉਸ ਦਾ ਰਾਜਨੀਤਿਕ ਲਾਹਾ ਲੈਣ ਤੋਂ ਵੀ ਕੋਈ ਨਹੀਂ ਰੋਕ ਸਕਦਾ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਉਹ ਆਪਣੀ ਪੂਰੀ ਕੋਸ਼ਿਸ਼ ਕਰਨਗੇ ਕਿ ਉਹਨਾਂ ਦਾ ਰੈਂਕ ਹੈ ਜਿਹੜਾ ਉਹ ਥੱਲੇ ਨਾ ਰਹੇ। ਭਾਵੇਂ ਇਸ ਗੱਲ ਦੀਆਂ ਬਹੁਤ ਘੱਟ ਸੰਭਾਵਨਾਵਾਂ ਹੈ ਕਿ ਅਕਾਲੀ ਦਲ ਦਾ ਕੈਂਡੀਡੇਟ ਹੈ ਜਿਹੜਾ ਉਹ ਜਲੰਧਰ ਜਿਮਨੀ ਚੋਣ ਤੋਂ ਜਿੱਤ ਸਕਦਾ ਹੈ, ਪਰ ਇਸ ਗੱਲ ਨਾਲ ਬਹੁਤ ਵੱਡਾ ਅੰਤਰ ਆਊਗਾ ਕਿ ਉਹਨਾਂ ਨੇ ਆਪਣੀ ਰੈਂਕਿੰਗ ਹੈ ਜਿਹੜੀ, ਆਪਣਾ ਸਥਾਨ ਹੈ ਉਹ ਤੀਜੇ ਸਥਾਨ, ਚੌਥੇ ਸਥਾਨ ਜਾਂ ਦੂਜੇ ਸਥਾਨ ਤੇ ਕਿੱਥੇ ਲੈ ਕੇ ਆਉਣਾ ਹੈ ਤਾਂ ਕਿ ਭਵਿੱਖ ਦੀ ਰਾਜਨੀਤੀ ਕਰਨ ਸਮੇਂ ਉਹਨਾਂ ਨੂੰ ਇਹਦਾ ਲਾਭ ਮਿਲ ਸਕੇ। ਜੀ ਸੋ ਦਰਸ਼ਕੋ, ਇਹ ਸਨ ਸਾਡੇ ਨਾਲ ਡਾਕਟਰ ਸਤਨਾਮ ਸਿੰਘ ਸੰਧੂ, ਜਿਨ੍ਹਾਂ ਨਾਲ ਅਸੀਂ
ਮੁੱਖ ਮੰਤਰੀ ਭਗਵੰਤ ਮਾਨ ਅਤੇ ਐਸਜੀਪੀਸੀ ਦੇ ਪ੍ਰਧਾਨ ਦੇ ਵਿੱਚ ਹੋਈ ਬਿਆਨਬਾਜ਼ੀ ਦੇ ਮੁੱਦੇ ਤੇ ਅਹਿਮ ਜਿਹੜੀ ਗੱਲਬਾਤ ਕੀਤੀ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਾਂ, ਧੰਨਵਾਦ ਰਿਸ਼ਪਾਲ।